ਜੇ ਗੱਲ ਕਰੀਏ ਆਪਾਂ ਥਾਇਰਾਇਡ ਗਲੈਂਡ ਹੈ ਕੀ ਹੈ? ਇੱਥੇ ਗਲੇ ਦੇ ਵਿੱਚ ਤਿਤਲੀ ਵਰਗੀ ਸ਼ੇਪ ਦਾ ਬਟਰਫਲਾਈ ਸ਼ੇਪ ਦਾ ਥਾਇਰਾਇਡ ਗਲੈਂਡ ਬੜਾ ਇੰਪੋਰਟੈਂਟ ਗਲੈਂਡ ਜੇ। ਛੋਟਾ ਜਿਹਾ ਕੰਮ, ਜਿੰਨਾ ਇਹ ਛੋਟਾ ਉਨਾ ਹੀ ਇਹਦਾ ਜ਼ਿਆਦਾ ਕੰਮ ਹੈ। ਇਹ ਵੀ ਦੋ ਤਰ੍ਹਾਂ ਦਾ ਹੁੰਦਾ। ਹੁਣ ਗੱਲ ਆ ਗਈ ਕਿ ਇਹਨਾਂ ਦੋਨਾਂ 'ਚ ਕੀ ਡਿਫਰੈਂਸ ਹੈ। ਡਿਫਰੈਂਸ ਇਹ ਹੈ ਕਿ ਹਾਈਪੋ 'ਚ weight ਵੱਧਦਾ ਹੈ ਤੇ ਹਾਈਪਰ 'ਚ weight ਘਟਦਾ। ਹਾਈਪੋ 'ਚ ਭੁੱਖ ਘਟਦੀ ਹੈ ਤੇ ਹਾਈਪਰ 'ਚ ਭੁੱਖ ਜ਼ਿਆਦਾ ਲੱਗਦੀ। ਛੋਟਾ ਜਿਹਾ ਗਲੈਂਡ ਹੈ, ਸਾਰਿਆਂ ਨੂੰ ਇੰਪੋਰਟੈਂਟ ਹੈ ਔਰ ਕੰਮ ਸਾਰੇ ਹੀ ਕਰਦਾ ਜੇ। ਤੁਹਾਡੇ ਸਮਝੋ ਵੀ ਲਿਵਰ ਨੂੰ ਵੀ, ਕਿਡਨੀ ਨੂੰ ਵੀ, ਸ਼ੂਗਰ ਲੈਵਲ ਨੂੰ ਵੀ ਇਹ ਕੰਟਰੋਲ ਕਰ ਰਿਹਾ ਹੁੰਦਾ। 90% ਜੇ ਮੈਂ ਦੱਸਾਂ ਤੇ ਪ੍ਰੋਬਲਮ ਇਹ ਜ਼ਿਆਦਾ ਲੇਡੀਜ਼ ਨੂੰ ਹੁੰਦੀ। ਕਿਸੇ ਨੂੰ ਥਾਇਰਾਇਡ ਦੀ ਪ੍ਰੋਬਲਮ ਹੈ ਤੇ ਮੇਰੇ ਨੰਬਰ ਲਗਾਤਾਰ ਸਕਰੀਨ ਤੇ ਫਲੈਸ਼ ਕਰ ਰਹੇ ਆ। ਤੁਸੀਂ ਦੇਸੀ ਦਵਾਈ ਖਾਓ, 4-6 ਮਹੀਨੇ ਖਾ ਲਓ, ਭਾਵੇਂ ਇਕੱਠੀ ਖਾ ਲਓ, ਭਾਵੇਂ ਇੱਕ ਮਹੀਨੇ ਦੀ ਮੰਗਾਓ। ਗੱਲ ਬਾਰ-ਬਾਰ ਰਿਪੀਟ ਕਰ ਰਹੇ ਹਾਂ ਕਿ ਅਸੀਂ ਜੇ ਤੁਹਾਨੂੰ ਦੇਸੀ ਦਵਾਈ ਦਈਏ, ਬ੍ਰੇਨ ਦੀ ਵੀ ਤਾਕਤ ਵੱਧਦੀ, ਮੈਮਰੀ ਵੀ ਵੱਧਦੀ ਹੈ, ਮਰਦਾਨਾ ਤਾਕਤ ਵੀ ਵੱਧਦੀ ਹੈ। ਦਵਾਈ ਥਾਇਰਾਇਡ ਦੀ ਔਰ ਫਿਰ ਸਾਰੀ ਉਮਰ ਖਾਣ ਦੀ ਲੋੜ ਨਹੀਂ। ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਮੈਂ ਹੂੰ ਡਾਕਟਰ ਕੁਮਾਰ, ਨੈਚੁਰਲ ਹੋਲਿਸਟਿਕ ਆਯੁਰਵੈਦਿਕ ਹੈਲਥ ਸੈਂਟਰ 'ਚ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪਿਆਰੇ ਦਰਸ਼ਕੋ, ਅੱਜ ਆਪਾਂ ਗੱਲ ਕਰਾਂਗੇ ਬਹੁਤ ਜਿਹੜੀਆਂ ਦੋ ਕਾਮਨ ਗੱਲਾਂ, ਬਹੁਤ ਕਾਮਨ ਬਿਮਾਰੀਆਂ ਜਾਂ ਤੇ ਆਪਾਂ ਕਰਾਂਗੇ ਗੱਲ ਦਿਮਾਗੀ ਪ੍ਰੋਬਲਮਸ ਬਾਰੇ, ਬ੍ਰੇਨ ਡਿਸਆਰਡਰਸ ਬਾਰੇ, ਜਾਂ ਗੱਲ ਕਰਾਂਗੇ ਆਪਾਂ ਥਾਇਰਾਇਡ ਬਾਰੇ। ਐਟ ਏ ਟਾਈਮ ਇਸ ਹਫਤੇ ਆਪਾਂ ਇੱਕ ਟੌਪਿਕ 'ਤੇ ਕਰਾਂਗੇ, ਦੂਜੇ ਹਫਤੇ ਆਪਾਂ ਦੂਸਰੇ ਟੌਪਿਕ 'ਤੇ ਕਰ ਲਾਂਗੇ, ਕਿਉਂਕਿ ਇਹ ਬਹੁਤ ਕਾਮਨ ਬਿਮਾਰੀਆਂ। ਜੇ ਗੱਲ ਕਰੀਏ ਆਪਾਂ ਥਾਇਰਾਇਡ ਗਲੈਂਡ ਦੀ, ਥਾਇਰਾਇਡ ਗਲੈਂਡ ਹੈ ਕੀ ਹੈ? ਇੱਥੇ ਗਲੇ ਦੇ ਵਿੱਚ ਤਿਤਲੀ ਵਰਗੀ ਸ਼ੇਪ ਦਾ ਬਟਰਫਲਾਈ ਸ਼ੇਪ ਦਾ ਥਾਇਰਾਇਡ ਗਲੈਂਡ ਹੁੰਦਾ। ਬੜਾ ਇੰਪੋਰਟੈਂਟ ਗਲੈਂਡ ਜੇ। ਛੋਟਾ ਜਿਹਾ ਕੰਮ, ਜਿੰਨਾ ਇਹ ਛੋਟਾ ਉਨਾ ਹੀ ਇਹਦਾ ਜ਼ਿਆਦਾ ਕੰਮ ਹੈ। ਇਹਨੂੰ ਗਰੋਥ ਹਾਰਮੋਨ ਵੀ ਕਹਿੰਦੇ ਆ। ਇਹ ਥਾਇਰਾਇਡ ਗਲੈਂਡ ਇੱਕ ਸਕ੍ਰੀਸ਼ਨ ਛੱਡਦਾ ਜਿਹਨੂੰ ਕਹਿੰਦੇ ਥਾਇਰੋਕਸਿਨ। ਆਮ ਜਿਹੜੀ ਮੈਂ ਗੱਲ ਕੀਤੀ ਵੀ ਸਮਝੋ ਵੀ 1 ਆਊਟ ਆਫ 10, ਭਾਵੇਂ ਤੁਸੀਂ ਇੰਡੀਆ 'ਚੋਂ ਭਾਵੇਂ ਅਮਰੀਕਾ 'ਚੋਂ 10 'ਚੋਂ ਇੱਕ ਨੂੰ ਸਮਝੋ ਇਹ ਬਿਮਾਰੀ ਥਾਇਰਾਇਡ ਦੀ ਹੈਗੀ ਹੈ। ਪਰ ਇਹ ਵੀ ਦੋ ਤਰ੍ਹਾਂ ਦਾ ਹੁੰਦਾ। ਇੱਕ ਹੁੰਦਾ ਹਾਈਪੋਥਾਇਰਾਇਡਿਜ਼ਮ, ਇੱਕ ਹੁੰਦਾ ਹਾਈਪਰਥਾਇਰਾਇਡਿਜ਼ਮ। ਹਾਈਪੋਥਾਇਰਾਇਡਿਜ਼ਮ ਦਾ ਮਤਲਬ ਹੈ ਕਿ ਲੋ ਪ੍ਰੋਡਕਸ਼ਨ ਆਫ ਦੀ ਥਾਇਰਾਇਡ ਹਾਰਮੋਨ, ਮਤਲਬ ਥਾਇਰਾਇਡ ਗਲੈਂਡ ਜਿਹੜਾ ਬਟਰਫਲਾਈ ਸ਼ੇਪਡ ਗਲੇ ਦੇ ਵਿੱਚ, ਜਿੱਥੇ ਮੈਂ ਦਿਖਾਇਆ ਤੁਹਾਨੂੰ, ਇਹ ਸਿਚੁਏਟਡ ਹੁੰਦਾ, ਪਰ ਇਹਦੀ ਲੋ ਸਕ੍ਰੀਸ਼ਨ ਹੁੰਦੀ ਹੈ। ਉਹਦੇ ਕਰਕੇ ਬਿਮਾਰੀ ਦਾ ਨਾਮ ਆ ਜਾਂਦਾ ਹਾਈਪੋਥਾਇਰਾਇਡਿਜ਼ਮ। ਦੂਸਰਾ ਹੁੰਦਾ ਹਾਈਪਰਥਾਇਰਾਇਡਿਜ਼ਮ, ਵੀ ਇਹ ਥਾਇਰਾਇਡ ਗਲੈਂਡ ਦੀ ਸਕ੍ਰੀਸ਼ਨ ਥਾਇਰੋਕਸਿਨ ਜਿਹੜੀ ਹੈ ਬਹੁਤ ਜ਼ਿਆਦਾ ਮਾਤਰਾ 'ਚ ਹੋਵੇ ਤੇ ਹਾਈਪਰਥਾਇਰਾਇਡਿਜ਼ਮ। ਹੁਣ ਗੱਲ ਆ ਗਈ ਕਿ ਇਹਨਾਂ ਦੋਨਾਂ 'ਚ ਕੀ ਡਿਫਰੈਂਸ ਹੈ, ਇਹ ਵੀ ਤੁਹਾਨੂੰ ਦੱਸਿਆ ਜਾਵੇ। ਵੈਸੇ ਇਹਦੇ ਬਾਰੇ ਆਪਾਂ ਅੱਗੇ ਵੀ ਬੜੀ ਲੱਖਾਂ ਵਾਰੀ ਗੱਲ ਐਪੀਸੋਡ ਕਰ ਚੁੱਕੇ ਹਾਂ, ਪਰ ਸਮ ਪੀਪਲ ਆਰ ਵਾਚਿੰਗ ਫਸਟ ਟਾਈਮ। ਇਸ ਕਰਕੇ ਤੁਹਾਡੀ ਡਿਮਾਂਡ 'ਤੇ ਇਹਦੇ ਬਾਰੇ, ਤੁਹਾਡੀ ਡਿਮਾਂਡ ਦੇਖੋ ਹਮੇਸ਼ਾ ਤੁਹਾਡੀ ਜ਼ਿਆਦਾ ਆਉਂਦੀ ਹੈ ਵੀ ਮਰਦਾਨਾ ਕਮਜ਼ੋਰੀ ਬਾਰੇ। ਇਸੇ ਤਰ੍ਹਾਂ ਕਈਆਂ ਨੇ ਦਿਮਾਗੀ ਬਿਮਾਰੀਆਂ ਬਾਰੇ ਡਿਮਾਂਡ ਕੀਤੀ, ਥਾਇਰਾਇਡ ਗਲੈਂਡ ਬਾਰੇ। ਸੋ ਆਪਾਂ ਅੱਜ ਗੱਲ ਕਰ ਲਾਂਗੇ ਥਾਇਰਾਇਡ ਗਲੈਂਡ ਦੀ। ਹਾਈਪੋਥਾਇਰਾਇਡਿਜ਼ਮ ਐਂਡ ਹਾਈਪਰਥਾਇਰਾਇਡਿਜ਼ਮ। ਪਹਿਲਾਂ ਤੇ ਹਾਈਪੋਥਾਇਰਾਇਡਿਜ਼ਮ 'ਚ ਕੀ ਹੁੰਦਾ ਕਿ ਥਾਇਰੋਕਸਿਨ ਲੈਵਲ ਘਟ ਜਾਂਦਾ। ਔਰ ਲੱਛਣ ਕੀ ਆ ਜਿਨ੍ਹਾਂ ਨੂੰ ਤੇ ਹੋਏਗਾ ਨਾ ਹਾਈਪੋਥਾਇਰਾਇਡਿਜ਼ਮ? ਕਾਰਨ ਦੱਸਦਾ ਵੀ ਲੋ ਪ੍ਰੋਡਕਸ਼ਨ ਆਫ ਦੀ ਥਾਇਰੋਕਸਿਨ। ਲੱਛਣ ਇਹ ਕਿ ਜਿਨ੍ਹਾਂ ਨੂੰ ਤਾਂ ਹਾਈਪੋਥਾਇਰਾਇਡਿਜ਼ਮ ਹੈ, ਡਿਫਰੈਂਸ ਇਹ ਹੈ ਕਿ ਹਾਈਪੋ 'ਚ weight ਵੱਧਦਾ ਤੇ ਹਾਈਪਰ 'ਚ weight ਘਟਦਾ। ਹਾਈਪੋ 'ਚ ਭੁੱਖ ਘਟਦੀ ਹੈ ਤੇ ਹਾਈਪਰ 'ਚ ਭੁੱਖ ਜ਼ਿਆਦਾ ਲੱਗਦੀ ਹੈ। ਹਾਈਪੋਥਾਇਰਾਇਡਿਜ਼ਮ ਦੇ ਵਿੱਚ ਪਲਸ ਰੇਟ ਲੋ, ਹਾਰਟ ਰੇਟ ਲੋ। ਹਾਈਪਰਥਾਇਰਾਇਡਿਜ਼ਮ ਵਿੱਚ ਪਲਸ ਰੇਟ ਹਾਈ। ਦੂਸਰਾ, ਹਾਈਪੋਥਾਇਰਾਇਡਿਜ਼ਮ 'ਚ ਸੈਂਸਿਟਿਵਿਟੀ ਟੂ ਕੋਲਡ, ਵੀ ਆਦਮੀ ਜਾਂ ਔਰਤ ਨੂੰ ਠੰਡ ਜ਼ਿਆਦਾ ਲੱਗੇ। ਤੇ ਹਾਈਪਰਥਾਇਰਾਇਡਿਜ਼ਮ ਦੇ ਵਿੱਚ ਇਹ ਹੈ ਕਿ ਠੰਡ ਨਹੀਂ ਲੱਗਦੀ, ਬਲਕਿ ਸੈਂਸਿਟਿਵਿਟੀ ਟੂ ਹੀਟ, ਬਈ ਹੀਟ ਬਹੁਤ ਜ਼ਿਆਦਾ ਉਹਨਾਂ ਨੂੰ ਮਹਿਸੂਸ ਹੋਏਗੀ। ਫਿਰ ਹਾਈਪੋ 'ਚ ਪਸੀਨਾ ਘੱਟ ਆਉਂਦਾ ਤੇ ਹਾਈਪਰ 'ਚ ਪਸੀਨਾ ਜ਼ਿਆਦਾ ਆਉਂਦਾ। ਫਿਰ ਵੀਕਨੈਸ ਦੋਨਾਂ 'ਚ ਹੁੰਦੀ, ਫਟੀਕ ਦੋਨਾਂ 'ਚ ਹੁੰਦੀ ਹੈ, ਕਮਜ਼ੋਰੀ ਦੋਨਾਂ 'ਚ ਲੱਗਦੀ ਹੈ। ਹੋਰ ਜਿਨ੍ਹਾਂ ਨੂੰ ਹਾਈਪੋਥਾਇਰਾਇਡਿਜ਼ਮ ਹੈ, ਮੈਂ ਤਾਂ ਹੀ ਗੱਲ ਕੀਤੀ ਸੀ ਨਾ ਵੀ ਬ੍ਰੇਨ ਬਾਰੇ ਵੀ ਅੱਜ ਆਪਾਂ ਬ੍ਰੇਨ ਬਾਰੇ ਗੱਲ ਕਰਾਂਗੇ। ਇਹਦੇ ਵਿੱਚ ਵੀ ਕਨੈਕਟਡ ਹੈ। ਬ੍ਰੇਨ ਡਿਸਆਰਡਰਸ ਬਾਰੇ ਅਗਲੇ ਹਫਤੇ ਗੱਲ ਕਰ ਲਾਂਗੇ। ਹਾਈਪੋਥਾਇਰਾਇਡਿਜ਼ਮ ਜੇ ਹੋ ਜਾਏ, ਹੌਲੀ ਹੌਲੀ ਉਹਨਾਂ ਨੂੰ ਕੀ ਹੈ, ਮੈਮਰੀ ਘਟ ਜਾਂਦੀ ਹੈ। ਪੁਰਾਣੀਆਂ ਗੱਲਾਂ ਸਾਰੀਆਂ ਯਾਦ ਰਹਿਣਗੀਆਂ, ਨਵੀਂ ਗੱਲ ਭਾਵੇਂ ਕੱਲ੍ਹ ਦੀ ਹੋਵੇ ਭੁੱਲਣੀ ਸ਼ੁਰੂ ਹੋ ਜਾਏਗੀ। ਹੋਰ
ਸਰੀਰਕ ਕਮਜ਼ੋਰੀ, ਮਾਨਸਿਕ ਕਮਜ਼ੋਰੀ ਤੇ ਮਰਦਾਨਾ ਕਮਜ਼ੋਰੀ ਹਾਈਪੋਥਾਇਰਾਇਡਿਜ਼ਮ ਦੇ ਵਿੱਚ। ਹਾਈਪਰ 'ਚ ਇੰਨਾ ਨਹੀਂ, ਹਾਂ ਹੋਰ ਹਾਈਪੋ ਦੇ ਵਿੱਚ ਆਦਮੀਆਂ ਦੇ ਵਿੱਚ ਤੇ ਹੈ ਕਿ ਮਰਦਾਨਾ ਕਮਜ਼ੋਰੀ ਹਾਈਪੋਥਾਇਰਾਇਡਿਜ਼ਮ। ਲੇਡੀਜ਼ 'ਚ ਮੈਂਸਿਸ ਜ਼ਿਆਦਾ, ਬਲੀਡਿੰਗ ਜ਼ਿਆਦਾ ਹੋਏਗੀ। ਮੇਨ ਗੱਲਾਂ ਦੱਸ ਰਹੇ ਵੀ ਹਾਈਪੋ ਤੇ ਹਾਈਪਰ 'ਚ ਕੀ ਫਰਕ ਹੈ। ਔਰ ਫਿਰ ਹਾਈਪੋਥਾਇਰਾਇਡਿਜ਼ਮ 'ਚ ਸਾਰੀ ਦੁਨੀਆ ਦੇਖੋ, ਭਾਵੇਂ ਉਹ ਸਿੰਥਰਾਇਡ ਖਾ ਰਹੇ ਆ, ਥਾਇਰੋਕਸਿਨ ਖਾ ਰਹੇ ਆ, ਜਾਂ ਇੰਡੀਆ 'ਚ ਤੁਸੀਂ ਐਲਟਰੋਕਸਿਨ ਲੈ ਰਹੇ ਹੋ, ਮਤਲਬ ਇਹ ਹੈ ਕਿ ਇੱਕ ਵਾਰੀ ਸ਼ੁਰੂ ਕਰ ਲਈ ਤੇ ਸਾਰੀ ਉਮਰ ਹੌਲੀ ਹੌਲੀ ਕੀ ਹੈ, ਗਰੋਥ ਵੀ ਇਨਸਾਨ ਦੀ ਘਟਦੀ ਹੈ। ਮੈਂ ਕਲੀਅਰ ਦੱਸਦਾ, ਸਰੀਰਕ ਕਮਜ਼ੋਰੀ, ਮਾਨਸਿਕ ਕਮਜ਼ੋਰੀ, ਸੈਕਸੁਅਲ ਕਮਜ਼ੋਰੀ, ਔਰ ਜ਼ਿਆਦਾ ਇਹ ਹੈ ਕਿ ਇਹਦਾ ਕੰਸਰਨ ਹੈਗਾ ਜੇ ਬ੍ਰੇਨ ਦੇ ਨਾਲ। ਪਰ ਇਹ ਛੋਟਾ ਜਿਹਾ ਗਲੈਂਡ ਬਹੁਤ ਇੰਪੋਰਟੈਂਟ ਗਲੈਂਡ ਹੈ। ਇਹਦਾ ਵੀ ਮਾਸਟਰ, ਇਹਦਾ ਵੀ ਪਿਓ ਬੈਠਾ ਜੇ ਇਹਦੇ ਉੱਪਰ ਬ੍ਰੇਨ 'ਚ, ਜਿਹਨੂੰ ਕਹਿੰਦੇ ਆ ਪਿਟੂਟਰੀ ਗਲੈਂਡ। ਹੁਣ ਥਾਇਰਾਇਡ ਗਲੈਂਡ ਕੀ ਕਰਦਾ? ਦੋ ਪੋਰਸ਼ਨ ਹੁੰਦੇ ਇਹਦੇ, ਇੱਕ ਪਾਸਿਓਂ T3 ਤੇ ਇੱਕ ਪਾਸਿਓਂ T4। ਇਹ ਵੀ ਦੋ ਤਰ੍ਹਾਂ ਦੀਆਂ ਸਕ੍ਰੀਸ਼ਨਸ ਹੁੰਦੀਆਂ, T3 T4 ਲੈਵਲ। ਪਰ T3 T4 ਦੋਨਾਂ ਸਕ੍ਰੀਸ਼ਨਸ ਨੂੰ ਕੰਟਰੋਲ ਕਰਨ ਲਈ TSH, ਜਿਹਨੂੰ ਕਹਿੰਦੇ ਥਾਇਰਾਇਡ ਸਟਿਮੂਲੇਟਿੰਗ ਹਾਰਮੋਨ, ਉਹ ਕਰਦਾ ਬ੍ਰੇਨ 'ਚ ਉੱਪਰ ਬੈਠਾ ਪਿਟੂਟਰੀ ਗਲੈਂਡ। ਥਾਇਰਾਇਡ ਗਲੈਂਡ ਦਾ ਸਾਰਾ ਸੈਂਟਰ ਕੰਟਰੋਲ ਕਰਨ ਵਾਲਾ ਪਿਟੂਟਰੀ ਦੇ ਹੱਥ 'ਚ ਹੈ। ਪਿਟੂਟਰੀ ਗਲੈਂਡ ਤੇ ਥਾਇਰਾਇਡ ਗਲੈਂਡ ਦੋਨੇ ਦੇ ਨਾਲ ਇੱਕ ਦੂਜੇ ਨਾਲ ਇੰਟਰਕਨੈਕਟਡ ਨੇ। ਬਲਕਿ ਤੁਸੀਂ ਮੇਰੇ ਲੱਖਾਂ ਐਪੀਸੋਡ ਦੇਖ ਚੁੱਕੇ ਹੋ, ਔਰ ਹਮੇਸ਼ਾ ਮੈਂ ਦੱਸਿਆ ਟੂ ਬਿਗੇਸਟ ਫਿਲਟਰਸ ਇਨ ਦਾ ਬੋਡੀ। ਮੈਂ ਹਮੇਸ਼ਾ ਦੱਸਿਆ ਲਿਵਰ ਤੇ ਕਿਡਨੀ। ਅੱਜ ਤੁਹਾਨੂੰ ਇਹ ਦੱਸੀਏ ਕਿ ਟੂ ਬਿਗੇਸਟ ਗਲੈਂਡਸ ਇਨ ਦਾ ਬੋਡੀ, ਥਾਇਰਾਇਡ ਤੇ ਪਿਟੂਟਰੀ ਗਲੈਂਡ। ਜਿੱਦਾਂ ਜਿਗਰ ਤੇ ਗੁਰਦਾ, ਲਿਵਰ ਤੇ ਕਿਡਨੀ ਸਰੀਰ 'ਚ ਬਹੁਤ ਵੱਡੇ ਦੋ ਫਿਲਟਰ ਨੇ, ਬਹੁਤ ਵੱਡੇ ਦੋ ਆਰਗਨ ਨੇ ਜਿਹੜੇ ਬੋਡੀ ਨੂੰ ਡਿਟੌਕਸੀਫਾਈ ਕਰਦੇ। ਔਰ ਫਿਰ ਮਜ਼ੇਦਾਰ ਗੱਲ ਤੁਹਾਨੂੰ ਦੱਸੀਏ ਕਿ ਲਿਵਰ ਦੀ ਵੀ ਫੰਕਸ਼ਨਿੰਗ ਥਾਇਰਾਇਡ ਗਲੈਂਡ ਕੰਟਰੋਲ ਕਰ ਰਿਹਾ। ਔਰ ਥਾਇਰਾਇਡ ਗਲੈਂਡ ਨੂੰ ਜਿਹੜਾ ਉੱਪਰ ਬੈਠਾ ਪਿਟੂਟਰੀ ਗਲੈਂਡ ਕੰਟਰੋਲ ਕਰ ਰਿਹਾ। ਥਾਇਰਾਇਡ ਗਲੈਂਡ ਨੇ ਤੁਹਾਡੀ ਗਰੋਥ ਹੁੰਦੀ ਆ, ਹਾਈਟ ਦਾ ਨਾ ਵਧਣਾ, ਹਾਈਟ ਘਟਣਾ ਨਹੀਂ, ਥਾਇਰਾਇਡ ਗਲੈਂਡ। ਇਹ ਇੰਨੀ ਕੁ ਕਾਮਨ ਚੀਜ਼ ਹੈ। ਬਹੁਤੀਆਂ ਸਰੀਰ ਦੀਆਂ ਬਿਮਾਰੀਆਂ ਕਈ ਵਾਰ ਇਨਸਾਨ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਨਸਾਨ ਭਾਵੇਂ ਦਰਦਾਂ ਦਾ ਇਲਾਜ ਕਰ ਰਿਹਾ, ਜਿਗਰ ਦਾ ਇਲਾਜ ਕਰ ਰਿਹਾ, ਇੰਟੈਸਟਾਈਨਸ ਦੀ ਕੋਈ ਡਿਸਆਰਡਰਸ ਹੈ, ਭੁੱਖ ਦੀ ਕੰਟਰੋਲ ਕਰਨ ਦੇ ਲਈ, ਮੈਮਰੀ ਲਈ, ਬ੍ਰੇਨ ਡਿਸਆਰਡਰਸ ਦੀ। ਪਰ ਕਈ ਵਾਰੀ ਜਿੰਨੀ ਦੇਰ ਤੁਸੀਂ ਟੈਸਟ ਨਹੀਂ ਕਰਾਉਂਦੇ, ਪਤਾ ਹੀ ਨਹੀਂ ਲੱਗਦਾ ਕਿ ਮੇਨ ਕੰਮ ਤਾਂ ਥਾਇਰਾਇਡ ਦਾ। ਇਸੇ ਕਰਕੇ ਤੁਹਾਡੇ ਡਾਕਟਰਸ, ਅਸੀਂ ਹਮੇਸ਼ਾ ਤੁਹਾਨੂੰ ਕਿਹਾ ਵੀ ਆਪਣੇ ਟੈਸਟ ਕਰਾਓ, ਫੈਮਿਲੀ ਡਾਕਟਰ ਨੂੰ ਦਿਖਾਓ। ਤੁਹਾਡੇ ਡਾਕਟਰ ਜਦੋਂ ਤੁਹਾਡਾ ਟੈਸਟ ਕਰਾਉਂਦੇ, ਉਹਦੇ 'ਚ ਉਹਨੂੰ ਉੱਥੋਂ ਪਤਾ ਲੱਗ ਜਾਂਦਾ T3 ਲੈਵਲ ਕਿੰਨਾ ਹੈ, T4 ਲੈਵਲ ਕਿੰਨਾ ਹੈ, TSH ਥਾਇਰਾਇਡ ਸਟਿਮੂਲੇਟਿੰਗ ਹਾਰਮੋਨ ਕਿੰਨਾ ਹੈ। ਉੱਥੋਂ ਜਾ ਕੇ ਪਤਾ ਲੱਗ ਜਾਏਗਾ ਕਿ ਤੁਹਾਡੀ ਪ੍ਰੋਬਲਮ ਕੀ ਹੈ ਜੀ, ਹਾਈਪੋਥਾਇਰਾਇਡਿਜ਼ਮ। ਇਹ T3 T4 TSH ਜਿੰਨੀ ਦੇਰ ਇਹ ਲੈਵਲ ਦਾ ਪਤਾ ਨਹੀਂ ਲੱਗਦਾ, ਇਹਨਾਂ ਨੂੰ ਸਾਰਿਆਂ ਨੂੰ ਨੋਰਮਲਾਈਜ਼ ਕਰਨ ਦੇ ਲਈ ਕੰਮ ਪਿਟੂਟਰੀ ਗਲੈਂਡ ਆ ਬ੍ਰੇਨ ਦੇ ਵਿੱਚ ਬੈਠਾ। ਜਿਹੜਾ ਯਾਦਦਾਸ਼ਤ ਘਟ ਜਾਂਦੀ ਹੈ, ਕਮਜ਼ੋਰੀ ਇੰਨੀ ਕੁ ਹੋ ਜਾਂਦੀ ਇਨਸਾਨ ਨੂੰ ਕਿ ਕਈ ਵਾਰੀ ਤਾਈਓ ਜਿਹੜਾ ਹਾਈਪੋ ਵਾਲੇ ਆ ਉਹਨਾਂ ਨੂੰ ਫਿਰ ਸਾਰੀ ਉਮਰ ਥਾਇਰੋਕਸਿਨ ਖਾਣੀ ਪੈਂਦੀ, ਡਿਪੈਂਡਿੰਗ ਅਪੋਨ ਦੀ ਲੈਵਲ ਆਫ ਦੀ ਥਾਇਰੋਕਸਿਨ। T3 ਲੈਵਲ ਕਿੰਨਾ, T4 ਕਿੰਨਾ, TSH ਕਿੰਨਾ, ਡਾਕਟਰ ਹਮੇਸ਼ਾ ਤੁਹਾਡੇ ਕੰਟਰੋਲ ਕਰਦੇ। ਉਹ ਫਿਰ ਤੁਹਾਡੀ ਥਾਇਰੋਕਸਿਨ ਲੈਵਲ ਦੀ ਡੋਜ਼ ਨੂੰ ਵੱਧ ਘੱਟ ਐਡਜਸਟ ਕਰਦੇ ਰਹਿੰਦੇ। ਔਰ ਬ੍ਰੇਨ ਭਾਵੇਂ ਉਹ ਹਾਈਪੋ ਹੈ ਭਾਵੇਂ ਹਾਈਪਰ ਹੈ, ਬ੍ਰੇਨ ਵੀਕ ਹੋ ਹੀ ਜਾਂਦਾ। ਬ੍ਰੇਨ ਦਾ ਜਿਹੜਾ ਟੌਪਿਕ ਆਪਾਂ ਅਗਲੇ ਹਫਤੇ ਡਿਸਕਸ ਕਰਾਂਗੇ, ਕਿਉਂਕਿ ਅੱਜ ਦੇ ਆਪਾਂ ਟੌਪਿਕ ਇਹਦੇ ਵਿੱਚ ਥਾਇਰਾਇਡ ਦੇ ਲਈ ਇਸ ਕਰਕੇ ਕਿ ਸਾਰੀ ਉਮਰ ਥਾਇਰੋਕਸਿਨ ਖਾ ਕੇ, ਸਾਰੀ ਉਮਰ ਸਾਈਡ ਇਫੈਕਟਸ ਤੋਂ ਸਫਰ ਕਰਕੇ, ਔਰ ਸੁੱਤੇ ਉੱਠਦੇ ਤੁਹਾਨੂੰ ਖਾਲੀ ਪੇਟ ਪਹਿਲਾਂ ਗੋਲੀ ਖਾਣੀ ਪੈਂਦੀ ਜੀ, ਸਿੰਥਰਾਇਡ ਦੀ ਗੋਲੀ ਹੈ ਜਾਂ ਕੈਪਸੂਲ ਹੈ। ਅੱਛਾ, ਦੇਸੀ, ਆਯੁਰਵੈਦਿਕ, ਨੈਚੁਰਲ, ਹੋਮੋਪੈਥਿਕ, ਕੰਪਲੀਮੈਂਟਰੀ ਆਲਟਰਨੇਟਿਵ ਮੈਡੀਸਨ, ਹੋਲਿਸਟਿਕ ਲੈਵਲ ਦੇ ਵਿੱਚ ਲਾਈਨ ਆਫ ਟ੍ਰੀਟਮੈਂਟ ਜਿਹੜਾ ਸਾਡਾ ਡਿਫਰੈਂਟ ਹੈ। ਉੱਥੇ ਤੁਹਾਨੂੰ ਸਾਰੀ ਉਮਰ ਇਹ ਚੀਜ਼ਾਂ ਨਹੀਂ ਖਾਣੀ। ਥਾਇਰੋਕਸਿਨ ਜੀ ਜਾਂ ਸਿੰਥਰਾਇਡ ਜਾਂ ਲਿਵੋਥਾਇਰੋਕਸਿਨ ਸਾਰੀ ਉਮਰ ਨਹੀਂ ਖਾਣੀ ਪੈਂਦੀ। ਔਰ ਮਜ਼ੇਦਾਰ ਗੱਲ ਜਿਹੜੀ ਇੰਪੋਰਟੈਂਟ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਥਾਇਰਾਇਡ ਦੀ ਪ੍ਰੋਬਲਮ ਆਉਣ ਕਰਕੇ, ਹਾਈਪੋਥਾਇਰਾਇਡਿਜ਼ਮ ਕਰਕੇ ਨਾਲ ਅੰਗਰੇਜ਼ੀ ਦਵਾਈ ਖਾਂਦੇ ਵੀ ਸਰੀਰਕ, ਮਾਨਸਿਕ ਤੇ ਸੈਕਸੁਅਲ ਕਮਜ਼ੋਰੀ ਆਣੀ। ਔਰ ਜੇ ਅਸੀਂ ਤੁਹਾਨੂੰ ਇਹਦੀ ਹੋਲਿਸਟਿਕ ਦਵਾਈ ਦਈਏ, ਆਯੁਰਵੈਦਿਕ ਦਵਾਈ ਦਈਏ, ਨਾਲੇ ਤੁਹਾਡਾ ਸਰੀਰਕ, ਮਾਨਸਿਕ ਤੇ ਸੈਕਸੁਅਲ ਤਾਕਤ ਵੀ ਵਧਦੀ। ਜਿਹੜਾ ਮੈਂ ਦੱਸਿਆ ਸੀ ਨਾ, ਹਾਈਪੋਥਾਇਰਾਇਡਿਜ਼ਮ ਦੇ ਵਿੱਚ ਮਰਦਾਂ ਦੇ ਵਿੱਚ
ਕਮਜ਼ੋਰੀ ਮਰਦਾਨਾ ਤਾਕਤ ਦੀ, ਔਰਤਾਂ ਨੂੰ ਕਈ ਵਾਰੀ ਮੈਂਸਿਸ ਜ਼ਿਆਦਾ ਆ ਜਾਂਦੇ, ਬਲੀਡਿੰਗ ਜ਼ਿਆਦਾ ਹੋ ਜਾਂਦੀ ਹੈ। ਫਿਰ ਵੇਟ ਦਾ ਵਧਣਾ, ਭੁੱਖ ਦਾ ਘਟਣਾ, ਸੈਂਸਿਟਿਵਿਟੀ ਟੂ ਕੋਲਡ, ਇਹ ਸਾਰੇ ਲੱਛਣ ਦੇਸੀ ਦਵਾਈ ਦੇ ਨਾਲ। ਮਜ਼ੇਦਾਰ ਗੱਲ ਬਾਰ-ਬਾਰ ਰਿਪੀਟ ਕਰ ਰਹੇ ਹਾਂ ਕਿ ਅਸੀਂ ਜੇ ਤੁਹਾਨੂੰ ਦੇਸੀ ਦਵਾਈ ਦਈਏ, ਬ੍ਰੇਨ ਦੀ ਵੀ ਤਾਕਤ ਵੱਧਦੀ, ਮੈਮਰੀ ਵੀ ਵੱਧਦੀ ਹੈ, ਮਰਦਾਨਾ ਤਾਕਤ ਵੀ ਵੱਧਦੀ ਹੈ, ਦਵਾਈ ਥਾਇਰਾਇਡ ਦੀ, ਔਰ ਫਿਰ ਸਾਰੀ ਉਮਰ ਖਾਣ ਦੀ ਲੋੜ ਨਹੀਂ। ਕਈ ਵਾਰੀ 4-6 ਮਹੀਨੇ, ਕਈਆਂ ਨੂੰ ਹਜੇ ਪਤਾ ਹੀ ਲੱਗਦਾ 1-2 ਮਹੀਨੇ 'ਚ ਠੀਕ ਹੋ ਜਾਂਦੇ ਆ, ਔਰ ਉਹਦਾ ਕੋਈ ਸਾਈਡ ਇਫੈਕਟ। ਥਾਇਰਾਇਡ ਗਲੈਂਡ, ਮੇਨ ਗਲੈਂਡ, ਗਰੋਥ ਹਾਰਮੋਨ, ਆਮ 10 ਚੋਂ ਇੱਕ ਨੂੰ ਇਹ ਪ੍ਰੋਬਲਮ ਹੈਗੀ ਹੈ। ਬਲਕਿ ਸੱਚ ਪੁੱਛੋ ਤਾਂ ਮੇਰਾ ਖਿਆਲ ਹੈ, ਮੈਂ ਨੋਟ ਕੀਤਾ ਵੀ ਹਰ ਘਰ ਦੇ ਵਿੱਚ ਇੱਕ ਅੱਧੇ ਨੂੰ ਇਹ ਪ੍ਰੋਬਲਮ ਥਾਇਰਾਇਡ ਦੀ ਆ ਜਾਂਦੀ ਹੈ। ਬ੍ਰੇਨ ਦੀ ਪ੍ਰੋਬਲਮ ਇਹ ਆਉਂਦੀ ਕਿ ਯਾਦਦਾਸ਼ਤ ਇੰਨੀ ਕਿ ਹੌਲੀ ਹੌਲੀ ਕਮਜ਼ੋਰ ਹੋ ਜਾਂਦੀ, ਏਜ ਨਾਲ ਤਾਂ ਫੈਕਟਰ ਪੈਣਾ ਹੀ ਆ। ਜਿਹੜੇ ਬ੍ਰੇਨ ਡਿਸਆਰਡਰਸ ਹੈ, ਜਿਹੜੇ ਸੈਕਸੁਅਲ ਡਿਸਆਰਡਰਸ ਹੈ, ਡਾਇਬਟੀਜ਼, ਹਾਈਪਰਟੈਂਸ਼ਨ, ਹਾਈ ਕੋਲੈਸਟਰੋਲ, ਕੋਲੈਸਟਰੀਮੀਆ, ਇਹ ਕਈ ਵਾਰੀ ਆਪਾਂ ਉਹਨਾਂ ਦੀਆਂ ਦਵਾਈਆਂ ਖਾਂਦੇ ਰਹਿੰਦੇ ਹਾਂ। ਜੇ ਗਰੋਥ ਹਾਰਮੋਨ ਥਾਇਰਾਇਡ ਗਲੈਂਡ ਦੀ ਸਕ੍ਰੀਸ਼ਨਸ ਹੀ ਕੰਟਰੋਲ ਕਰ ਲਈਏ। ਅੱਛਾ, ਹੋਰ ਥਾਇਰਾਇਡ ਗਲੈਂਡ ਦਾ ਹਾਈਪੋ ਤੇ ਹਾਈਪਰ 'ਚ ਕੀ ਫਰਕ ਹੈ? ਜਿਨ੍ਹਾਂ ਦਾ ਹਾਈਪੋਥਾਇਰਾਇਡਿਜ਼ਮ ਹੈ, ਡਰਾਈਨੈਸ ਇਨ ਦਾ ਸਕਿਨ ਐਂਡ ਹੇਅਰ, ਉਹਨਾਂ ਦੇ ਵਾਲ ਖੁਸ਼ਕ, ਸਾਰੇ ਸਰੀਰ 'ਚ ਖੁਸ਼ਕੀ, ਡਰਾਈਨੈਸ ਰਹੇਗੀ, ਖਾਰਿਸ਼ ਹੁੰਦੀ ਰਹੇ। ਕਿੰਨੀ ਦਵਾਈਆਂ ਦੁਨੀਆ ਵਿਚਾਰੀ ਖਾਰਿਸ਼ ਦੀਆਂ ਦਵਾਈਆਂ ਖਾਂਦੇ, ਕਈ ਵਾਰੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਹਾਈਪੋ ਕਰਕੇ ਵੀ ਸਰੀਰ ਦੇ ਵਿੱਚ, ਸਕਿਨ ਦੇ ਵਿੱਚ ਡਰਾਈਨੈਸ ਆ ਜਾਂਦੀ ਆ, ਉਹ ਰਾਤ ਨੂੰ ਵਿਚਾਰੇ ਫਿਰ ਸਾਰੀ ਖਾਰਿਸ਼ ਕਰਦੇ ਰਹਿੰਦੇ। ਡਰਾਈਨੈਸ ਇਨ ਦਾ ਸਕਿਨ, ਡਰਾਈਨੈਸ ਇਨ ਦਾ ਹੇਅਰ, ਕਈ ਵਾਰੀ ਵਾਲ ਝੜਨ ਲੱਗ ਜਾਂਦੇ। ਛੋਟਾ ਜਿਹਾ ਗਲੈਂਡ ਹੈ, ਸਾਰਿਆਂ ਨੂੰ ਇੰਪੋਰਟੈਂਟ ਹੈ, ਔਰ ਕੰਮ ਸਾਰੇ ਹੀ ਕਰਦਾ। ਜੇ ਤੁਹਾਡੇ ਸਮਝੋ ਵੀ ਲਿਵਰ ਨੂੰ ਵੀ, ਕਿਡਨੀ ਨੂੰ ਵੀ, ਸ਼ੂਗਰ ਲੈਵਲ ਨੂੰ ਵੀ ਇਹ ਕੰਟਰੋਲ ਕਰ ਰਿਹਾ ਹੁੰਦਾ। ਜੇ ਇਕੱਲਾ ਛੋਟਾ ਥਾਇਰਾਇਡ ਨੂੰ ਆਪਾਂ ਫੜ ਲਈਏ ਤੇ ਵੇਟ ਲਾਸ, ਜਿਨ੍ਹਾਂ ਦਾ ਵੇਟ ਵੱਧਦਾ, ਅਸੀਂ ਜਿਹੜੀ ਆਯੁਰਵੈਦਿਕ ਫਾਰਮੂਲਾ ਦਿੰਦੇ ਹਾਂ ਥਾਇਰਾਇਡ ਲਈ, ਉਧਰ ਵੀ ਫਾਇਦਾ ਕਰ ਰਿਹਾ। ਦੇਖੋ, ਥਾਇਰਾਇਡ ਹਾਈਪੋ ਦੇ ਵਿੱਚ ਕੀ, ਆਇਓਡੀਨ ਡੈਫੀਸ਼ੀਐਂਸੀ, ਹਾਈਪਰ ਜਿਹੜਾ ਇਨਹੈਰੀਟੈਂਸ ਕਰਕੇ ਵੀ ਹੋ ਸਕਦਾ। ਲੇਕਿਨ ਇਹ ਹੈ ਵੀ ਵੀਕਨੈਸ ਦੋਨਾਂ 'ਚ ਹੀ ਆਉਂਦੀ ਹੈ। ਤੁਸੀਂ ਸਮਝੋ ਵੀ ਇੱਦਾਂ ਦਵਾਈ ਖਾ ਰਹੇ ਜਿੱਦਾਂ, ਇਹਦੇ ਤੋਂ ਇਲਾਵਾ ਤੁਸੀਂ ਵਿਟਾਮਿਨਸ ਲੈ ਸਕਦੇ ਹੋ, ਸਪਲੀਮੈਂਟਸ ਲੈ ਸਕਦੇ ਹੋ, B1, B2, B6, B12 ਮਿਨਰਲਸ ਲੈ ਸਕਦੇ ਹੋ, ਫਲ ਫਰੂਟ। ਹਾਂ, ਜਿਨ੍ਹਾਂ ਦੇ ਨਾਲ ਮੇਰੇ ਕੋਲ ਜਿਹੜੇ ਪੇਸ਼ੈਂਟਸ ਆਲਮੋਸਟ ਨੇ 90%, ਉਹਨਾਂ ਨੂੰ ਨਾਲੇ ਥਾਇਰਾਇਡ, ਨਾਲੇ BP ਹਾਈ, ਨਾਲੇ ਕੋਲੈਸਟਰੋਲ, ਨਾਲੇ ਸ਼ੂਗਰ। ਫਿਰ ਜਿਹੜੀ ਅਸੀਂ ਦੇਸੀ ਦਵਾਈ ਥਾਇਰਾਇਡ ਲਈ ਦੇ ਰਹੇ ਹਾਂ, ਬ੍ਰੇਨ ਵੱਲ ਕਿਉਂ ਫਰਕ ਕਰ ਰਹੀ ਹੈ ਕਿ ਅਸੀਂ ਉਹਦੇ ਨਾਲ BP ਵੀ ਨਾਲ ਹੀ ਕੰਟਰੋਲ ਕਰ ਲਈਦਾ, ਕਿਉਂਕਿ ਬਲੈਂਡ ਫਾਰਮੂਲਾ ਦਾ ਇੱਕ ਫਾਰਮੂਲੇ 'ਚ ਕਈ ਤਰ੍ਹਾਂ ਦੇ ਇਨਗਰੀਡੀਐਂਟਸ ਹੁੰਦੇ। ਜਿਹੜੀਆਂ ਆਪਾਂ ਬ੍ਰੇਨ ਡਿਸਆਰਡਰਸ ਬਾਰੇ ਗੱਲ ਕਰਾਂਗੇ, ਬੜੀਆਂ ਬਿਮਾਰੀਆਂ ਦਿਮਾਗ ਦੇ ਨਾਲ ਤਾਲੁਕ ਰੱਖਦੀਆਂ, ਜਿਹੜਾ ਆਪਾਂ ਸ਼ਾਇਦ ਟੌਪਿਕ ਅਗਲੇ ਹਫਤੇ ਫੜੀਏ। ਪਰ ਕਾਰਨ ਸਿਰਫ ਇੰਨਾ ਹੀ ਹੈ ਕਿ ਥਾਇਰਾਇਡ ਦੀ ਕਿਸੇ ਨੂੰ ਜੇ ਪ੍ਰੋਬਲਮ ਹੈ, ਹਾਈਪੋਥਾਇਰਾਇਡਿਜ਼ਮ ਦੀ ਪ੍ਰੋਬਲਮ ਹੈ, ਲਿਵੋਥਾਇਰੋਕਸਿਨ ਖਾ ਰਹੇ ਹੋ, ਸਿੰਥਰਾਇਡ ਖਾ ਰਹੇ ਹੋ, ਸਾਰੀ ਉਮਰ ਖਾ ਰਹੇ, ਸੁੱਤੇ ਉੱਠਦਿਆਂ ਖਾ ਰਹੇ ਹੋ, ਫਿਰ ਵੀ ਤੁਹਾਡਾ ਡਾਈਜੈਸਟਿਵ ਸਿਸਟਮ, ਹਾਂ ਇਹਦੇ ਨਾਲ ਡਾਈਜੈਸਟਿਵ ਸਿਸਟਮ, ਜਿਹੜੀ ਗੱਲ ਯਾਦ ਆਉਂਦੀ ਮੈਂ ਨਾਲ ਦੱਸੀ ਜਾ ਰਿਹਾ ਹੁੰਦਾ। ਇੱਕ ਹੋਰ ਹੈ ਕਿ ਜਿਨ੍ਹਾਂ ਦਾ ਹਾਈਪੋਥਾਇਰਾਇਡਿਜ਼ਮ ਹੈ, ਮੈਟਾਬੋਲਿਜ਼ਮ ਉਹਨਾਂ ਦਾ ਡਿਸਟਰਬ ਹੋ ਜਾਂਦਾ। ਹਾਈਪਰ ਵਾਲਿਆਂ ਦਾ ਮੈਟਾਬੋਲਿਜ਼ਮ ਇੰਨਾ ਫਾਸਟ ਨਹੀਂ ਹੁੰਦਾ ਜਿੰਨਾ ਹਾਈਪੋ ਵਾਲਿਆਂ ਦਾ ਮੈਟਾਬੋਲਿਜ਼ਮ ਇੱਦਾਂ ਫਾਸਟ ਹੈ। ਡਾਈਜੈਸਟਿਵ ਸਿਸਟਮ ਡਿਸਟਰਬ ਹੁੰਦਾ, ਲੈਟਰਿਨ ਉਹਨਾਂ ਨੂੰ ਬਾਰ-ਬਾਰ ਆਏਗੀ। ਬ੍ਰੇਨ ਡਿਸਆਰਡਰਸ, ਡਾਈਜੈਸਟਿਵ ਡਿਸਆਰਡਰਸ, ਲਿਵਰ ਡਿਸਆਰਡਰਸ, ਸਾਰੇ ਕੰਟਰੋਲ ਕਰਨ ਵਾਲਾ ਮੇਨ ਕੰਮ ਕਰ ਰਿਹਾ ਜੇ ਥਾਇਰਾਇਡ ਗਲੈਂਡ। ਔਰ ਇਹ ਹੀ ਛੋਟਾ ਜਿਹਾ ਕੰਮ ਦੇਸੀ ਦਵਾਈ। ਦੇਖੋ, ਕਚਨਾਰ, ਗੂਗਲ, ਮੈਂ ਤੁਹਾਨੂੰ ਦੱਸਣ ਲੱਗਾ ਤੇ ਕਿੰਨੇ ਫਾਰਮੂਲੇ, ਕਿੰਨੇ ਨੁਸਖੇ ਦੱਸ ਸਕਦਾ, ਪਰ ਹਰ ਪੇਸ਼ੈਂਟ ਦੀ ਹਿਸਟਰੀ ਦੇ ਹਿਸਾਬ ਨਾਲ ਕਿ ਜੇ ਉਹਨੂੰ ਨਾਲ ਥਾਇਰਾਇਡ ਵੀ ਹੈ, ਕੋਈ ਬ੍ਰੇਨ ਪ੍ਰੋਬਲਮ ਹੈ, ਕੋਈ ਵੇਟ ਜ਼ਿਆਦਾ, ਅਸੀਂ ਉਹੋ ਜਿਹਾ ਫਾਰਮੂਲਾ ਬਣਾਉਣਾ। ਫਿਰ ਤੁਹਾਨੂੰ ਕੋਈ ਲਿਵੋਥਾਇਰੋਕਸਿਨ ਖਾਣ ਦੀ ਲੋੜ ਨਹੀਂ, ਸਾਰੀ ਉਮਰ ਖਾਣ ਦੀ ਲੋੜ ਨਹੀਂ। ਫਿਰ ਇਹਨਾਂ ਦਵਾਈਆਂ ਦੇ ਨਾਲ ਹੀ ਤੁਹਾਡਾ ਦਿਮਾਗੀ ਤਾਕਤ ਵੀ ਵਧਣੀ ਹੈ। ਹਾਲਾਂਕਿ ਬ੍ਰੇਨ ਡਿਸਆਰਡਰਸ ਲਈ, ਮੈਮਰੀ ਲਾਸ ਲਈ ਦਵਾਈਆਂ ਅਲੱਗ। ਫਿਰ ਬਲੱਡ ਸਪਲਾਈ ਬ੍ਰੇਨ ਨੂੰ ਨਹੀਂ ਪੂਰੀ ਪਹੁੰਚ ਰਹੀ। ਜਿਹੜਾ ਮਾਸਟਰ ਗਲੈਂਡ, ਮੈਂ ਕਹਿੰਦਾ ਪਿਟੂਟਰੀ ਗਲੈਂਡ ਇਜ਼ ਅ ਮਾਸਟਰ ਗਲੈਂਡ ਆਫ ਦੀ ਐਂਡੋਕਰਾਈਨ ਆਰਕੈਸਟਰਾ, ਉੱਥੇ ਤੱਕ ਵੀ ਬ੍ਰੇਨ ਨੂੰ ਸਪਲਾਈ, ਬਲੱਡ ਸਪਲਾਈ ਜਾਣੀ ਚਾਹੀਦੀ ਹੈ। ਪਹਿਲੀ ਗੱਲ ਹੁੰਦੀ ਐਡੀਕੁਏਟ ਡਾਈਟ ਆਪਣੀ ਇਹਦੇ 'ਚ ਕੰਟਰੋਲ ਕਰਨੀ ਹੁੰਦੀ ਹੈ। ਇਹ ਤੁਸੀਂ ਜਦੋਂ ਕਿਹੜੀ ਡਾਈਟ ਚਾਹੀਦੀ, ਜਦੋਂ ਕੋਈ ਪੇਸ਼ੈਂਟ ਮੈਨੂੰ ਦੱਸਦਾ ਸੀ, ਉਹਨਾਂ ਨੂੰ ਕਈ ਵਾਰੀ ਲਿਖ ਕੇ ਭੇਜ ਦਿੰਦਾ ਵੀ ਤੁਹਾਡੇ ਲਈ ਇਹ ਡਾਈਟ ਠੀਕ ਹੈ। ਉਹ ਡਾਈਟ ਤੇ ਤੁਹਾਡੇ ਆਪਣੇ ਹੱਥ ਹੈ। ਦੂਸਰਾ, ਤੁਸੀਂ ਯੋਗਾ ਐਕਸਰਸਾਈਜ਼ ਜ਼ਰੂਰ ਕਰੋ, ਕਿਉਂਕਿ ਗਲੈਂਡ ਇੱਥੇ ਪਿਆ ਇਹਨੂੰ ਤੁਸੀਂ, ਮੈਂ ਤੁਹਾਨੂੰ ਕਰਕੇ ਵੀ ਦਿਖਾ ਸਕਦਾ, ਪਰ ਟਾਈਮ ਮੇਰੇ ਕੋਲ ਓਨਾ ਕੁ ਹੁੰਦਾ। ਤੁਸੀਂ ਕਪਾਲਭਾਤੀ ਵੀ ਕਰੋ, ਅਨੁਲੋਮ ਵਿਲੋਮ ਵੀ ਕਰੋ, ਹਮਿੰਗ ਸਾਊਂਡ ਕਰੋ। ਇੱਧਰ ਦੇਖੋ ਮੇਰੇ ਵੱਲ,
ਉਹਦਾ ਸਿੰਪਲ ਫਾਰਮੂਲਾ ਦੱਸਿਆ। ਜਦੋਂ ਕਰਨੀ ਹੈ ਲੰਬਾ ਸਾਹ ਖਿੱਚ ਕੇ ਚਿੰਨ ਤੁਸੀਂ ਇੱਥੇ ਨਾਲ ਲਾ ਲੈਣੀ ਹੈ ਤਾਂ ਕਿ ਉਹ ਥਾਇਰਾਇਡ ਗਲੈਂਡ 'ਤੇ ਉਹਦਾ ਅਸਰ ਹੋਵੇ, ਜਿਹੜਾ ਗਲੈਂਡ ਓਵਰ ਹੋਇਆ ਦਾ ਉਹਦੀ ਸਕਰੀਸ਼ਨ ਹੈ ਜਿਹੜੀ ਕੰਟਰੋਲ ਹੋਵੇ। ਫਿਰ ਉਹਨੂੰ ਸਾਹ ਨੂੰ ਜਿੰਨਾ ਕੁ ਰੋਕ ਸਕੋ, 1 ਮਿੰਟ ਰੋਕ ਸਕੋ ਤਾਂ ਬਹੁਤ ਵਧੀਆ, ਨਹੀਂ ਤਾਂ ਚਿੰਨ ਨੂੰ ਛਾਤੀ ਨਾਲ ਲਾ ਕੇ ਇਹ ਦਿਨ 'ਚ ਭਾਵੇਂ ਤੁਸੀਂ ਜਿੰਨੀ ਵਾਰੀ ਮਰਜ਼ੀ ਕਹੋ, ਨਹੀਂ ਤਾਂ ਅਨੁਲੋਮ ਵਿਲੋਮ, ਕਪਾਲਭਾਤੀ ਅਤੇ ਇਹ ਹਮਿੰਗ ਸਾਊਂਡ। ਮਤਲਬ ਕਈ ਵਾਰੀ ਗਲਤੀ ਨਾਲ ਬੰਦਾ ਸਾਹ ਬਾਹਰ ਨੂੰ ਕੱਢਦਾ, ਪਰ ਇਹਦੇ 'ਚ ਅੰਦਰ ਨੂੰ ਖਿੱਚਣਾ, ਅੰਦਰ ਨੂੰ ਖਿੱਚ ਕੇ ਉਹ ਐਕਸਰਸਾਈਜ਼ ਤੁਹਾਨੂੰ ਮੈਂ ਦੱਸ ਸਕਦਾ, ਉਹਦੇ ਨਾਲ ਵੀ ਥਾਇਰਾਇਡ ਗਲੈਂਡ ਨੈਚੁਰਲ ਕੁਦਰਤੀ ਆਪਣੀ ਸ਼ੇਪ 'ਚ ਆ ਜਾਂਦਾ। ਛੋਟਾ ਜਿਹਾ ਬਟਰਫਲਾਈ ਸ਼ੇਪ ਦੀ ਸਕਰੀਸ਼ਨ ਕੰਟਰੋਲ ਹੋ ਜਾਂਦੀ ਹੈ। ਕਰਨਾ ਤੁਹਾਡੇ ਆਪਣੇ ਵੱਸ ਹੈ। ਜ਼ਿਆਦਾ ਫਰਕ ਪੈਣਾ ਆਯੁਰਵੈਦਿਕ ਦਵਾਈ ਨਾਲ ਜਾਂ ਯੋਗਾ ਦੀ ਐਕਸਰਸਾਈਜ਼ ਨਾਲ। ਯੋਗਾ ਦੀ ਐਕਸਰਸਾਈਜ਼ਾਂ 3 ਤਾਂ ਮਾਮੂਲੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਅੰਦਰ ਨੂੰ ਸਾਹ ਖਿੱਚ ਕੇ ਰੋਕਣਾ ਔਰ ਠੋਡੀ ਨੂੰ ਇੱਥੇ ਛਾਤੀ ਦੇ ਨਾਲ ਲਾ ਕੇ ਥੋੜ੍ਹੀ ਦੇਰ ਸਾਹ ਰੋਕੀ ਰੱਖਣਾ, ਸਾਹ ਖਿੱਚਣਾ ਬਸ ਅੰਦਰ। ਇਸੇ ਤਰ੍ਹਾਂ ਹੀ ਬਾਹਰ ਜਿਹੜਾ ਸਾਹ ਕੱਢਣ ਲਈ ਉਹਦੀ ਅਲੱਗ ਐਕਸਰਸਾਈਜ਼ ਹੈ। ਅਨੁਲੋਮ ਵਿਲੋਮ ਕਰੋ, 10 ਮਿੰਟ ਕਰ ਲਓ, ਬਹੁਤ ਹੈ। ਕਪਾਲਭਾਤੀ ਜ਼ਰੂਰ ਕਰੋ। ਇਹਨਾਂ ਐਕਸਰਸਾਈਜ਼ ਨਾਲ ਥਾਇਰਾਇਡ ਗਲੈਂਡ ਨੋਰਮਲ ਆਪਣੀ ਸ਼ੇਪ 'ਚ ਆ ਜਾਂਦਾ। ਨੋਰਮਲ ਸਕਰੀਸ਼ਨ ਜਿਹੜੀ ਕੁਦਰਤ ਵੱਲੋਂ ਹੁੰਦੀ ਹੈ ਥਾਇਰੋਕਸਿਨ, ਉਹ ਕੰਟਰੋਲ ਹੋ ਜਾਂਦੀ ਹੈ। ਨਾਲ ਇੱਕ ਪਿਆ ਪਿਟਿਊਟਰੀ ਗਲੈਂਡ, ਬ੍ਰੇਨ ਗਲੈਂਡ, ਜਿਹਨੇ ਸਾਰੀ ਤੁਹਾਡੀ ਮੈਮਰੀ ਸ਼ਾਰਪ ਕਰਨੀ ਹੈ। ਮੈਮਰੀ ਸ਼ਾਰਪ ਕਰਨ ਦੇ ਲਈ ਮੈਨੂੰ ਨਹੀਂ ਲੱਗਦਾ ਕੋਈ ਐਲੋਪੈਥੀ 'ਚ ਦਵਾਈ ਹੈ, ਨਾ ਮਰਦਾਨਾ ਤਾਕਤ ਲਈ। ਥਾਇਰਾਇਡ ਗਲੈਂਡ ਹੀ ਤੇ ਪਿਟਿਊਟਰੀ ਗਲੈਂਡ ਦੋਨੇ ਮਿਲ ਕੇ ਸਾਰੇ ਕੰਮ ਕਰ ਰਹੇ ਨੇ। ਔਰ ਮਰਦਾਨਾ ਕਮਜ਼ੋਰੀ ਆਣੀ ਹਮੇਸ਼ਾ ਸ਼ੂਗਰ ਕਰਕੇ ਵੀ, ਬਲੱਡ ਪ੍ਰੈਸ਼ਰ ਕਰਕੇ ਵੀ, ਕੋਲੈਸਟਰੋਲ ਕਰਕੇ ਵੀ, ਥਾਇਰਾਇਡ ਗਲੈਂਡ ਕਰਕੇ ਵੀ, ਔਰ ਬ੍ਰੇਨ ਡਿਸਆਰਡਰ ਜਿਨ੍ਹਾਂ ਨੂੰ ਹੈ, ਕੋਈ ਬ੍ਰੇਨ ਡਿਸਆਰਡਰਸ, ਭਾਵੇਂ ਪਾਰਕਿੰਸਨਸ ਡਿਜ਼ੀਜ਼ ਹੈ, ਭਾਵੇਂ ਤੁਹਾਨੂੰ ਬ੍ਰੇਨ ਸਟ੍ਰੋਕ ਹੋ ਚੁੱਕਾ ਹੈ, ਜਾਂ ਕਈਆਂ ਨੂੰ ਹੈਮੀਪਲੀਜੀਆ ਹੋ ਚੁੱਕਾ ਹੈ। ਬ੍ਰੇਨ ਸਪਲਾਈ ਉਹਦੇ ਲਈ ਸਾਡੇ ਕੋਲ ਵੱਖਰੀ ਹੈ, ਉਹਦਾ ਟੌਪਿਕ ਅਲੱਗ ਹੈ, ਅਗਲੇ ਹਫਤੇ ਉਹਦੇ ਬਾਰੇ ਗੱਲ ਕਰਾਂਗੇ। ਪਰ ਇਹਨਾਂ ਸਮਝਾ ਦਈਏ ਕਿ ਜੇ ਮੈਂ ਅੱਜ ਥਾਇਰਾਇਡ ਗਲੈਂਡ ਬਾਰੇ ਗੱਲ ਕੀਤੀ ਹੈ ਤੇ ਇਟ ਇਜ਼ ਵੈਰੀ ਇੰਪੋਰਟੈਂਟ, ਮੇਨ ਕੰਮ ਹੈ ਥਾਇਰਾਇਡ ਗਲੈਂਡ ਦਾ। ਔਰ ਤੁਹਾਨੂੰ ਸਾਰੀ ਉਮਰ ਥਾਇਰੋਕਸਿਨ ਖਾਣ ਦੀ ਲੋੜ ਨਹੀਂ। ਦੇਸੀ ਦਵਾਈ ਖਾਓ, ਮੈਡੀਟੇਸ਼ਨ ਕਰੋ, ਯੋਗਾ ਕਰੋ, ਐਕਸਰਸਾਈਜ਼ ਕਰੋ, ਬਹੁਤਾ ਕੰਟਰੋਲ ਤੁਸੀਂ ਆਪਣੇ ਆਪ ਇਹੋ ਜਿਹੀਆਂ ਕੁਝ ਐਕਸਰਸਾਈਜ਼ ਨੇ ਯੋਗਾ ਦੀਆਂ, ਉਹਦੇ ਨਾਲ ਵੀ ਠੀਕ ਕਰ ਸਕਦੇ ਹੋ ਆਪਣਾ ਥਾਇਰਾਇਡ ਗਲੈਂਡ। ਬੱਚਿਆਂ ਨੂੰ ਹੈ ਪ੍ਰੋਬਲਮ ਹੈ ਔਰ ਸਿਆਣਿਆਂ ਨੂੰ ਵੀ ਹੈ ਬਹੁਤ। ਹਾਂ, ਇਹ ਜਿਹੜੀ ਹਾਈਪੋਥਾਇਰਾਇਡਿਜ਼ਮ ਦੀ ਫਿਰ ਮੈਂ ਗੱਲ ਸਟਾਰਟ 'ਚ ਦੱਸਣੀ ਭੁੱਲ ਗਿਆ, 90% ਜੇ ਮੈਂ ਦੱਸਾਂ ਤਾਂ ਪ੍ਰੋਬਲਮ ਇਹ ਜ਼ਿਆਦਾ ਲੇਡੀਜ਼ ਨੂੰ ਹੁੰਦੀ, ਕਿਉਂਕਿ ਓਵਰ ਸੈਂਸਿਟਿਵ ਹੁੰਦੀਆਂ ਲੇਡੀਜ਼। ਇਹ ਸੈਂਸਿਟਿਵ ਹਾਰਮੋਨ ਹੈ, ਗਰੋਥ ਹਾਰਮੋਨ ਵੀ ਇਹਨੂੰ ਕਹਿੰਦੇ ਆ। ਸੋ T3 ਲੈਵਲ ਕਿਸੇ ਦਾ ਘੱਟ ਵੱਧ ਹੋਵੇ, T4 ਲੈਵਲ ਘੱਟ ਵੱਧ ਹੋਵੇ, TSH ਲੈਵਲ ਘੱਟ ਹੋਵੇ, ਥਾਇਰੋਕਸਿਨ ਲੈਵਲ ਕੰਟਰੋਲ ਕਰਨਾ, ਥਾਇਰਾਇਡ ਗਲੈਂਡ ਦੀ ਪ੍ਰੋਬਲਮ ਹੈ, ਹਾਈਪੋਥਾਇਰਾਇਡਿਜ਼ਮ ਹੈ ਜਾਂ ਹਾਈਪਰਥਾਇਰਾਇਡਿਜ਼ਮ ਹੈ। ਇਹਦੇ ਨਾਲ ਜੇ ਕਿਸੇ ਦਾ ਯਾਦਦਾਸ਼ਤ ਘਟ ਗਈ ਹੈ ਜਾਂ ਹੱਥਾਂ 'ਚ ਪਸੀਨਾ ਬਹੁਤ ਜ਼ਿਆਦਾ ਆ ਰਿਹਾ, ਹੱਥਾਂ 'ਚ ਪਸੀਨਾ ਆਉਣਾ ਔਰ ਹੱਥ ਸ਼ੇਕ ਕਰਨੇ, ਹੈਂਡ ਟਰੈਂਬਲ ਕਰਦੇ ਆ, ਇਹ ਵੀ ਹਾਈਪਰ ਵਾਲਿਆਂ ਦਾ। ਹਾਈਪੋ ਦਾ ਨਹੀਂ, ਹਾਈਪੋ ਵਾਲਿਆਂ ਦੇ ਹੱਥ ਨਹੀਂ ਸ਼ੇਕ ਕਰਦੇ, ਜ਼ਿਆਦਾ ਕਾਮਨ ਹਾਈਪੋਥਾਇਰਾਇਡਿਜ਼ਮ ਹੈ। ਹਾਈਪਰ ਜਿਨ੍ਹਾਂ ਨੂੰ ਹੈ ਉਹਦੇ 'ਚ ਹੱਥ ਕੰਬਣ ਲੱਗ ਜਾਂਦੇ। ਇਹ ਹੱਥ ਕੰਬਣ ਦੀ ਦੂਜੀ ਬਿਮਾਰੀ ਜਿਹੜੀ ਹੈ ਪਾਰਕਿੰਸਨਸ ਡਿਜ਼ੀਜ਼, ਜਿਹਦੇ ਬਾਰੇ ਆਪਾਂ ਅਗਲੇ ਹਫਤੇ ਗੱਲਾਂ ਕਰਨੀਆਂ। ਸੋ ਪਿਆਰੇ ਦਰਸ਼ਕੋ, ਇੰਨੇ ਸਾਈਨ ਸਿੰਪਟਮ ਜਿਹੜੇ ਤੁਹਾਨੂੰ ਮੈਂ ਦੱਸੇ ਵੀ ਮੈਮਰੀ ਲਾਸ ਹੈ, ਵੇਟ ਦਾ ਵਧਣਾ, ਵੇਟ ਦਾ ਘਟਣਾ, ਭੁੱਖ ਦਾ ਵਧਣਾ, ਭੁੱਖ ਦਾ ਘਟਣਾ, ਮੈਟਾਬੋਲਿਜ਼ਮ ਹਾਈਪਰ ਜਾਂ ਹਾਈਪੋ ਹੋਣਾ ਹੈ, ਮੈਮਰੀ ਦਾ ਲਾਸ, ਮਰਦਾਨਾ ਕਮਜ਼ੋਰੀ ਯਾਨੀ ਸਰੀਰਕ ਕਮਜ਼ੋਰੀ ਯਾਨੀ ਬ੍ਰੇਨ ਡਿਸਆਰਡਰਸ ਹੋਣੇ, ਮੈਂਸਿਸ ਜ਼ਿਆਦਾ ਆਉਣੇ, ਲੇਡੀਜ਼ ਦਾ ਹਾਰਮੋਨ ਲੈ ਕੇ ਕਿਸੇ ਹਾਰਮੋਨ ਕੰਟਰੋਲ ਮੇਨ ਚੀਜ਼ ਹੈ। ਹਾਰਮੋਨਲ ਚੇਂਜਿਸ ਬੋਡੀ 'ਚ ਆਉਂਦੀਆਂ ਰਹਿੰਦੀਆਂ, ਹਾਰਮੋਨਸ ਨੂੰ ਕੰਟਰੋਲ ਕਰਨਾ ਤੁਹਾਡੇ ਆਪਣੇ ਹੱਥ 'ਚ ਹੈ। ਸਭ ਤੋਂ ਵਧੀਆ ਇਲਾਜ ਆਲ ਓਵਰ ਦੀ ਵਰਲਡ ਜੇ ਹੈ ਤੇ ਆਯੁਰਵੈਦਿਕ, ਕੰਪਲੀਮੈਂਟਰੀ ਆਲਟਰਨੇਟਿਵ ਮੈਡੀਸਨ, ਹੋਲਿਸਟਿਕ ਮੈਡੀਸਨ, ਹਰਬਲ ਮੈਡੀਸਨ, ਨੋ ਸਾਈਡ ਇਫੈਕਟ। ਦੇਸੀ ਦਵਾਈ ਜੇ ਸਮਝੋ ਵੀ ਸ਼ੂਗਰ ਲੈਵਲ ਨੇ ਕੰਟਰੋਲ ਕਰਨਾ, ਦੱਸਿਆ ਨਾ ਮੈਂ, ਸ਼ੂਗਰ, ਬਲੱਡ ਪ੍ਰੈਸ਼ਰ, ਕੋਲੈਸਟਰੋਲ, थायराइड और आर्थराइटिस और ब्रेन एंड हार्ट अटैक, स्ट्रोक, हीट स्ट्रोक, ब्रेन स्ट्रोक हो, हाँ हैमीप्लीजिया, हैमीप्लीजिया मतलब अधरंग होवे भावें, ये सारा काम तो ब्रेन का। पर ब्रेन नूं कंट्रोल करने वाला भी थायराइड का काम, जे थायराइड नूं कंट्रोल करना ब्रेन का काम। मेरा मतलब है पिट्यूटरी ग्लैंड ते थायराइड ग्लैंड, ये भैन भरा रल के चलते जे,
ਦੋਨਾਂ ਦਾ ਇੱਕ ਦੂਜੇ ਤੋਂ ਬਿਨਾਂ ਵੀ ਨਹੀਂ ਸਰਦਾ ਤੇ ਦੋਨਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਬੋਡੀ ਸਮਝੋ ਕੰਟਰੋਲ ਹੁੰਦਾ। ਬੋਡੀ 'ਚ ਜਿਹੜੇ ਦੋ ਹਾਰਮੋਨਸ ਥਾਇਰੋਕਸਿਨ ਤੇ ਪਿਟਿਊਟਰੀ ਗਲੈਂਡ ਜਿਹੜੇ ਆਪਣੇ ਇਹ ਕੰਟਰੋਲ ਕਰ ਰਹੇ ਆ। ਜਿੱਦਾਂ ਕਿਡਨੀ ਤੇ ਲਿਵਰ ਬਹੁਤ ਵੱਡੇ ਫਿਲਟਰ ਨੇ, ਲਿਵਰ ਦੇ ਵੀ ਕੰਟਰੋਲ ਕਰਨ ਦੇ, ਮੈਟਾਬੋਲਿਜ਼ਮ ਨੂੰ ਵੀ ਕੰਟਰੋਲ ਕਰਨ ਲਈ, ਡਾਈਜੈਸਟਿਵ ਸਿਸਟਮ ਨੂੰ ਵੀ ਕੰਟਰੋਲ ਕਰਨ ਲਈ ਉੱਥੇ ਵੀ ਥਾਇਰੋਕਸਿਨ ਜਾਂ ਥਾਇਰਾਇਡ ਲੈਵਲ ਦਾ, ਥਾਇਰਾਇਡ ਗਲੈਂਡ ਦਾ ਰੋਲ ਹੈ। ਇਸ ਕਰਕੇ ਪਿਆਰੇ ਦਰਸ਼ਕੋ, ਜੇ ਤੁਹਾਨੂੰ ਆਲ ਓਵਰ ਤੁਹਾਡੇ ਕਿਸੇ ਰਿਲੇਟਿਵ ਨੂੰ ਆਲ ਓਵਰ ਦੀ ਵਰਲਡ ਤੁਸੀਂ ਦੇਖ ਰਹੇ ਹੋ ਮੇਰਾ ਪੰਜਾਬੀ ਸ਼ੋਅ, ਤੁਸੀਂ ਕਿਸੇ ਨੂੰ ਥਾਇਰਾਇਡ ਦੀ ਪ੍ਰੋਬਲਮ ਹੈ ਤੇ ਮੇਰੇ ਨੰਬਰ ਲਗਾਤਾਰ ਸਕਰੀਨ ਤੇ ਫਲੈਸ਼ ਕਰ ਰਹੇ ਆ। ਤੁਸੀਂ ਦੇਸੀ ਦਵਾਈ ਖਾਓ, 4-6 ਮਹੀਨੇ ਖਾ ਲਓ, ਭਾਵੇਂ ਇਕੱਠੀ ਖਾ ਲਓ, ਭਾਵੇਂ 1 ਮਹੀਨੇ ਦੀ ਮੰਗਾਓ, ਕੋਈ ਬਹੁਤੀ ਮਹਿੰਗੀ ਨਹੀਂ। ਪਰ ਇੱਕ ਯਾਦ ਰੱਖਣਾ, ਦਵਾਈ ਆਯੁਰਵੈਦਿਕ ਭੇਜਾਂਗੇ, ਥਾਇਰਾਇਡ ਗਲੈਂਡ ਦੀ ਫਾਇਦਾ 10 ਬੰਨੇ। 10 ਬੰਨੇ ਦਾ ਮਤਲਬ ਹੈ ਮੈਮਰੀ ਵੱਲ ਵੀ ਫਾਇਦਾ, ਸਰੀਰਕ ਮਾਨਸਿਕ ਤੇ ਸੈਕਸੁਅਲ ਕਮਜ਼ੋਰੀ ਵੱਲ ਵੀ ਫਾਇਦਾ। ਇਸੇ ਤਰ੍ਹਾਂ ਹੀ ਜੇ ਅਸੀਂ ਕੋਈ ਸ਼ੂਗਰ ਦੀ, ਬਲੱਡ ਪ੍ਰੈਸ਼ਰ ਦੀ ਦਵਾਈ ਦਿੰਦੇ ਆ, ਉਹਦਾ 'ਚ ਵੀ ਇਹ ਹੈ ਕਿ ਜੇ ਮੈਂ ਬਲੱਡ ਪ੍ਰੈਸ਼ਰ ਦੀ ਦਵਾਈ ਦੇ ਰਿਹਾ, ਫਾਇਦਾ ਮਰਦਾਨਾ ਤਾਕਤਵਰ, ਸ਼ੂਗਰ ਦੀ ਦਵਾਈ ਦੇ ਰਿਹਾ, ਫਾਇਦਾ ਮਰਦਾਨਾ ਤਾਕਤਵਰ, ਜਦ ਕਿ ਮਰਦਾਨਾ ਕਮਜ਼ੋਰੀ ਦਾ ਇਲਾਜ ਡਿਫਰੈਂਟ ਹੈ। ਸਪਰਮ ਕਾਊਂਟ ਦਾ, ਸਪਰਮ ਮੋਟਿਲਿਟੀ ਦਾ, ਸੀਮਨ ਡੈਨਸਿਟੀ ਦਾ ਇਲਾਜ ਡਿਫਰੈਂਟ ਹੈ। ਲੇਕਿਨ ਇਹ ਕਹਿਣ ਦਾ ਮਕਸਦ ਇਹ ਹੈ ਕਿ ਆਯੁਰਵੈਦਿਕ ਦਾ ਸਿਰਫ ਇੱਕ ਪੱਕਾ ਫਾਇਦਾ ਇਹ ਹੈ ਕਿ ਇੱਕ ਦਵਾਈ 10 ਫਾਇਦੇ, ਜਿਹੜਾ ਅੰਗਰੇਜ਼ੀ ਦੇ ਵਿੱਚ ਉਲਟਾ ਹੈ ਕਿ 10 ਸਾਈਡ ਇਫੈਕਟ। ਮੇਰਾ ਖੈਰ ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਤੁਹਾਡੇ ਸਾਰੇ ਦੇਖਣ ਤੇ ਸੁਣਨ ਵਾਲਿਆਂ ਥੈਂਕ ਯੂ ਕਰਦਾ। ਤੁਹਾਡਾ ਆਪਣਾ ਡਾਕਟਰ ਕੁਮਾਰ, ਥੈਂਕ ਯੂ। ਅਗਲੇ ਹਫਤੇ ਗੱਲ ਕਰਾਂਗੇ ਆਪਾਂ ਬ੍ਰੇਨ ਡਿਸਆਰਡਰਸ ਬਾਰੇ। ਥੈਂਕ ਯੂ।